ਹੁਣ ਤੱਕ ਮੋਦੀ ਸਰਕਾਰ ਵੱਲੋਂ ਲਿਆਂਦੇ ਕਿਸਾਨ ਆਰਡੀਨੈਂਸ ਦੇ ਹੱਕ ਵਿੱਚ ਬੋਲ ਰਹੇ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਲੈ ਇਸ ਯੂ ਟਰਨ ਨੂੰ ਵਿਰੋਧੀ ਧਿਰਾਂ ਬਾਦਲਾਂ ਦਾ ਡਰਾਮਾ ਦੱਸ ਰਹੀਆਂ ਹਨ ਅਤੇ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੈਟਿਕ ਦੇ ਦਿੱਲੀ ਤੋਂ ਸੀਨੀਅਰ ਆਗੂ ਹਰਪ੍ਰੀਤ ਸਿੰਘ ਬੰਨੀ ਜੌਲੀ ਨੇ ਤਾਂ ਕਿਸਾਨਾਂ ਨੂੰ ਖਬਰਦਾਰ ਕੀਤਾ ਹੈ ਕਿ ਬਾਦਲਾਂ ਦੀਆਂ ਇਨ੍ਹਾਂ ਚਾਲਾਂ ਤੋਂ ਸੁਚੇਤ ਰਹਿਣ। ਉਹ ਅਸਲ ਵਿੱਚ ਇੱਕ ਸਾਜ਼ਿਸ਼ ਤਹਿਤ ਕਿਸਾਨ ਅੰਦੋਲਨ ਵਿੱਚ ਦਾਖਲ ਹੋ ਕੇ ਅੰਦੋਲਨ ਨੂੰ ਹੀ ਤਾਰ-ਪੀੜੋ ਕਰਨ ਦੀਆਂ ਬੁਣਤਰਾਂ ਬੁਣ ਰਹੇ ਹਨ। ਉਹਨਾਂ ਦਾ ਕਹਿਣਾ ਹੈ ਕਿ ਬਾਦਲ ਅਸਲ ਵਿੱਚ ਸੋਚੀ ਸਮਝੀ ਸਾਜ਼ਿਸ਼ ਤਹਿਤ ਮਹਿਜ ਵਿਖਾਵੇ ਲਈ ਸਭ ਕਰ ਰਹੇ ਹਨ। ਅਸਲ ਵਿੱਚ ਤਾਂ ਉਹ ਐਨਡੀਏ ਦੇ ਨਾਲ ਹੀ ਹਨ। ਇਸ ਵੇਲੇ ਉਹ ਜਿਸ ਅੰਦੋਲਨ ਦੀਆਂ ਫੜਾਂ ਮਾਰ ਰਹੇ ਹਨ, ਅਸਲ ਵਿੱਚ ਅੰਦੋਲਨ ਵਿੱਚ ਵੜ ਕੇ ਕਿਸਾਨ ਸੰਘਰਸ਼ ਨੂੰ ਖਤਮ ਕਰਨਾ ਚਾਹੁੰਦੇ ਹਨ। ਉਹ ਹੁਣ ਇਸ ਬਿੱਲ ਦੀ ਵਿਖਾਵੇ ਵਾਸਤੇ ਹੀ ਵਿਰੋਧਤਾ ਕਰ ਰਹੇ ਹਨ। ਅਸਲ ਵਿੱਚ ਉਹਨਾਂ ਦਾ ਮਨਸੂਬਾ ਉਹੀ ਹੈ ਜੋ ਬੀਜੇਪੀ ਦਾ ਹੈ। ਟਕਸਾਲੀ ਅਕਾਲੀ ਆਗੂ ਸੁਖਦੇਵ ਸਿੰਘ ਢੀਂਡਸਾ ਦੇ ਕਰੀਬੀ ਹਰਪ੍ਰੀਤ ਸਿੰਘ ਬੰਨੀ ਜੌਲੀ ਦਾ ਕਹਿਣਾ ਹੈ ਕਿ ਜਿਸ ਆਰਡੀਨੈਂਸ ਦਾ ਬਾਦਲ ਹੁਣ ਵਿਰੋਧ ਕਰਨ ਦਾ ਦਾਅਵਾ ਕਰ ਰਹੇ ਹਨ, ਇਹ ਤਾਂ ਜੂਨ ਵਿੱਚ ਮੋਦੀ ਸਰਕਾਰ ਨੇ ਲਿਆਂਦਾ ਸੀ ਤਾਂ ਉਸ ਵੇਲੇ ਬੀਬਾ ਹਰਸਿਮਰਤ ਕੌਰ ਬਾਦਲ ਨੇ ਅਸਤੀਫਾ ਕਿਉਂ ਨਾ ਦਿੱਤਾ ਜਦੋਂ ਇਸ ਦਾ ਖਰੜਾ ਤਿਆਰ ਹੋ ਰਿਹਾ ਸੀ ਤੇ ਉਹ ਖੁਦ ਕੈਬਨਿਟ ਦੀ ਮੈਂਬਰ ਸੀ। ਉਹਨਾਂ ਦਾ ਕਹਿਣਾ ਹੈ ਕਿ ਕਿਸਾਨ ਰੋਹ ਨੂੰ ਵੇਖਦਿਆਂ ਇਹ ਤਾਂ ਬਾਦਲਾਂ ਵੱਲੋਂ ਘੜਿਆ ਘੜਾਇਆ ਡਰਾਮਾ ਹੈ ਜਿਸ ਦੇ ਤਹਿਤ ਖੁਦ ਦੀ ਅਖੌਤੀ ਕੁਰਬਾਨੀ ਦਿਵਾਉਣ ਲਈ ਹਰਸਿਮਰਤ ਕੌਰ ਬਾਦਲ ਦਾ ਅਸਤੀਫਾ ਦਵਾਇਆ ਗਿਆ। ਉਹਨਾਂ ਨੇ ਕਿਹਾ ਕਿ ਦੋਗਲੇ ਕਿਰਦਾਰਾਂ ਵਾਲੇ ਇਹ ਆਗੂ ਲਿਖੀ ਲਿਖਾਈ ਸਕ੍ਰਿਪਟ ਉੱਪਰ ਮਹਿਜ ਅਦਾਕਾਰੀ ਹੀ ਕਰ ਰਹੇ ਹਨ ਕਿ ਜਿਹੜਾ ਪੰਜਾਬ ਦਾ ਮੰਡੀ ਐਕਟ ਹੈ ਉਹ ਲਾਗੂ ਰਹੂਗਾ। ਇਹ ਗੱਲ ਆਰਡੀਨੈਂਸ ਲਿਆਉਣੇ ਨਹੀਂ ਚਾਹੀਦੇ ਸੀ। ਇਸ ਐਕਟ ਵਿੱਚ ਚਾਰ ਚੀਜ਼ਾਂ ਚਾਰ ਹੀ ਚੀਜ਼ਾਂ ਹੈ। ਸ਼੍ਰੋਮਣੀ ਅਕਾਲੀ ਦਲ ਨੂੰ ਨਹੀਂ ਪੁੱਛਿਆ ਗਿਆ ਕਿ ਇਸ ਆਰਡੀਨੈਂਸ ਵਿੱਚ ਕੀ ਹੈ। ਜੀ ਜਾਖੜ ਸਾਹਿਬ ਲੱਗੇ ਆ ਜੀ, ਉਹ ਕੰਪਨੀਆਂ ਆ ਜਾਣਗੀਆਂ ਜੀ, ਲੁੱਟੇ ਗਏ ਮਾਰੇ ਗਏ, ਪ੍ਰਾਈਵੇਟ ਆ ਜਾਊਗਾ। ਇਸ ਐਕਟ ਵਿੱਚ ਚਾਰ ਚੀਜ਼ਾਂ ਚਾਰ ਹੀ ਚੀਜ਼ਾਂ ਹੈ ਜਿਹੜੀਆਂ ਐਕਟ ਜੇ ਤੁਸੀਂ ਪੜੋਗੇ। ਹਾਲਾਂਕਿ ਕਿਸਾਨਾਂ ਨੇ ਇਸ ਵਾਰ ਬਾਦਲਾਂ ਦੇ ਇਸ ਦੋਗਲੇ ਚਿਹਰੇ ਨੂੰ ਬੇਨਕਾਬ ਕਰ ਦਿੱਤਾ ਹੈ। ਉਹਨਾਂ ਨੇ ਇਸ ਗੱਲ ਉੱਪਰ ਵਿਸ਼ੇਸ਼ ਤੌਰ ਤੇ ਜ਼ੋਰ ਦਿੱਤਾ ਕਿ ਸੁਖਬੀਰ ਸਿੰਘ ਬਾਦਲ ਤਾਂ ਇੱਕ ਕਾਰੋਬਾਰੀ ਹੈ, ਉਸ ਨੂੰ ਸਿਰਫ ਆਪਣੇ ਪਰਿਵਾਰ ਦੇ ਵਿੱਤੀ ਹਿੱਤ ਪਿਆਰੇ ਹਨ, ਉਸ ਨੂੰ ਹੋਰ ਕਿਸੇ ਚੀਜ਼ ਦੀ ਕੋਈ ਪਰਵਾਹ ਨਹੀਂ। ਇੱਕ ਹੈਗਾ ਈ ਟ੍ਰੇਡਿੰਗ ਕੀ ਇਲੈਕਟ੍ਰੋਨਿਕ ਟ੍ਰੇਡਿੰਗ ਤੁਸੀਂ ਕਰ ਸਕਦੇ ਹੋ। ਇੱਕ ਹੈ ਡਾਇਰੈਕਟ ਮਾਰਕੀਟਿੰਗ, ਜਿਹੜਾ ਐਕਟ ਤੁਸੀਂ ਆਪਣੇ ਗਵਰਨਮੈਂਟ ਆਫ ਇੰਡੀਆ ਬਣਾਇਆ ਕਿ ਡਾਇਰੈਕਟ ਮਾਰਕੀਟਿੰਗ ਕੋਈ ਮੰਡੀ ਯਾਰਡ ਦੇ ਬਾਅਦ ਕੋਈ ਮਰਜ਼ੀ ਡਾਇਰੈਕਟ ਮਾਰਕੀਟਿੰਗ ਕਰ ਸਕਦਾ ਹੈ। ਤੀਜਾ ਹੈ ਕਿ ਪ੍ਰਾਈਵੇਟ ਮਾਰਕੀਟ ਖੋਲ ਸਕਦਾ ਹੈ। 3 ਆਰਡੀਨੈਂਸ ਲਿਆਂਦੇ ਜਿਨ੍ਹਾਂ ਨੂੰ ਕਿਹਾ ਜਾਂਦਾ ਸੀ ਕਿ ਕਿਸਾਨਾਂ ਦੇ ਹਿੱਤ ਵਿੱਚ ਆਰਡੀਨੈਂਸ ਹੈ। ਐਸੈਂਸ਼ੀਅਲ ਕਮੋਡਿਟੀਜ਼ ਆਰਡੀਨੈਂਸ ਤਾਂ ਅੱਜ ਡਿਸਕਸ ਹੋ ਰਿਹਾ, ਜਿਹੜੇ ਬਾਕੀ 2 ਆਰਡੀਨੈਂਸ ਹੈ ਉਹ ਕੱਲ ਡਿਸਕਸ ਹੋਣਗੇ। ਪਰ ਤਿੰਨਾਂ ਨੂੰ ਇਕੱਠੇ ਲੈ ਕੇ ਹੀ ਸੈਂਟਰ ਸਰਕਾਰ ਨੇ ਲਿਆਂਦੇ ਸੀ। ਆਰਡੀਨੈਂਸ ਕਿਹਾ ਜਾਂਦਾ ਕਿਸਾਨਾਂ ਬਾਰੇ ਹੈ, ਪਰ ਮੈਂ ਇੱਕ ਗੱਲ ਬੇਨਤੀ ਕਰਨਾ ਚਾਹਣਾ, ਪਹਿਲੀ ਗੱਲ ਆਰਡੀਨੈਂਸ ਲਿਆਉਣੇ ਨਹੀਂ ਚਾਹੀਦੇ ਸੀ। ਆਰਡੀਨੈਂਸ ਲਿਆਉਣੇ ਨਹੀਂ ਚਾਹੀਦੇ ਸੀ। ਆਰਡੀਨੈਂਸ ਲਿਆਉਣੇ ਨਹੀਂ ਚਾਹੀਦੇ ਸੀ। ਆਰਡੀਨੈਂਸ ਲਿਆਉਣ ਤੋਂ ਪਹਿਲੇ ਸਾਰੇ ਜਿਹੜੇ ਕਿਸਾਨ ਲੋਕ ਹੈ, ਪਾਰਟੀਆਂ, ਉਹਨਾਂ ਨੂੰ ਡਿਸਕਸ਼ਨ ਕਰਨੀ ਚਾਹੀਦੀ ਸੀ। ਮੈਂ ਅੱਜ ਕਹਿਣਾ ਚਾਹਣਾ, ਸਪਸ਼ਟ ਕਹਿਣਾ ਚਾਹਣਾ, ਆਰਡੀਨੈਂਸ ਲਿਆਉਣ ਜਦੋਂ ਲਿਆਂਦਾ ਗਿਆ, ਸ਼੍ਰੋਮਣੀ ਅਕਾਲੀ ਦਲ ਨੂੰ ਨਹੀਂ ਪੁੱਛਿਆ ਗਿਆ ਕਿ ਇਸ ਆਰਡੀਨੈਂਸ ਵਿੱਚ ਕੀ ਹੈ। ਸ਼੍ਰੋਮਣੀ ਅਕਾਲੀ ਦਲ ਨੂੰ ਨਹੀਂ ਪੁੱਛਿਆ ਗਿਆ ਕਿ ਇਸ ਆਰਡੀਨੈਂਸ ਵਿੱਚ ਕੀ ਹੈ। ਤੁਸੀਂ ਵੀ ਮੈਂ ਹੈਰਾਨ ਹੈ ਜਾਖੜ ਸਾਹਿਬ ਤੇ ਸਾਰਿਆਂ ਦੇ, ਇਹ ਸਾਰਾ ਹੀ ਲੁੱਟਿਆ ਜਾਊਗਾ। ਪਲੀਜ਼ ਐਕਟ ਪੜ੍ਹ ਲਓ, ਪਲੀਜ਼ ਉੱਥੇ ਜਾ ਕੇ ਪਤਾ ਕਰ ਲਓ। ਐਂ ਪੋਲੀਟੀਕਲ ਭਾਸ਼ਣ, ਕਿਉਂਕਿ ਤੁਸੀਂ ਬਹੁਤ, ਮੈਂ ਤਾਂ ਰਿਸਪੈਕਟ ਕਰਦਾ ਜਾਖੜ ਸਾਹਿਬ, ਕਿਉਂਕਿ ਮੈਂ ਸਮਝਿਆ ਸੀ ਕਿ ਐਗਰੀਕਲਚਰ ਦੇ ਬੜੇ ਮਾਹਰ ਹੈ, ਪਰ ਜਿਵੇਂ ਕੁਐਸਚਨ ਕਰ ਰਹੇ ਆ, ਜਿਵੇਂ ਭਾਸ਼ਣ ਕਰ ਰਹੇ ਆ, ਮੈਨੂੰ ਥੋੜੇ ਸ਼ੱਕ ਆਉਂਦਾ ਕਿ ਜੇ ਆਪਣੀ ਨੌਲੇਜ ਨੂੰ ਸਹੀ ਤਰ੍ਹਾਂ ਦੇ ਵਰਤਨ ਤੇ ਪੋਜ਼ਿਟਿਵਲੀ ਕੋਈ ਚੀਜ਼ ਆ ਸਕਦੀ ਹੈ, ਪਰ ਜਾਣ ਕੇ ਡਿਸਇਨਫੋਰਮੇਸ਼ਨ ਦੇਣੀ, ਇਟ ਇਜ਼ ਵੈਰੀ ਅਨਫੇਅਰ। ਇਹਦੇ ਵਿੱਚ ਆਰਡੀਨੈਂਸ ਵਿੱਚ ਕਈ ਅਜਿਹੇ ਸ਼ੰਕੇ ਹੈ ਜੋ ਪੰਜਾਬ ਦੇ ਕਿਸਾਨ ਜਾਂ ਆਮ ਕਿਸਾਨਾਂ ਦੇ ਮਨ 'ਚ ਹੈ। ਇਸ ਆਰਡੀਨੈਂਸ ਦੇ, ਆ ਤਿੰਨੇ ਆਰਡੀਨੈਂਸ ਦੇ ਸਭ ਤੋਂ ਵੱਧ ਅਸਰ ਜੇ ਹੈ ਉਹ ਪੰਜਾਬੀਆਂ ਤੇ, ਪੰਜਾਬ ਕਿਸਾਨ ਤੇ ਹੈ। ਕਿਉਂਕਿ ਜੋ ਮੰਡੀ ਸਿਸਟਮ, ਜੋ ਸਿਸਟਮ ਪੰਜਾਬ 'ਚ ਬਣਿਆ, ਹਰਿਆਣੇ 'ਚ ਬਣਿਆ, ਉਹ ਜਿਹਾ ਸਿਸਟਮ ਕਿਤੇ ਹਿੰਦੁਸਤਾਨ 'ਚ ਨਹੀਂ ਹੈ। ਸੋ ਦੂਜੇ ਸੂਬਿਆਂ 'ਚ ਇਹਦਾ ਅਸਰ ਹੋਏ ਜਾਂ ਨਾ ਹੋਏ,
ਮੈਂ ਨਹੀਂ ਕਹਿ ਸਕਦਾ। ਪੈਸੇ ਦੇ ਸਾਹਮਣੇ ਉਸ ਨੂੰ ਨਾ ਪੰਥ ਦਿਸਦਾ ਹੈ ਅਤੇ ਨਾ ਹੀ ਕਿਸਾਨ। ਬਨੀ ਜੌਹਰੀ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਇਹ ਕਾਰਪੋਰੇਟਾਂ ਦੇ ਹੱਕ ਵਿੱਚ ਹੀ ਭੁਗਤਣਗੇ ਕਿਉਂਕਿ ਇਹ ਤਾਂ ਖੁਦ ਕਾਰੋਬਾਰੀ ਹਨ। ਸੋ ਮੇਰੀ ਕਿਸਾਨ ਵੀਰਾਂ ਨੂੰ ਗੁਜ਼ਾਰਿਸ਼ ਹੈ ਕਿ ਇਹਨਾਂ ਨੂੰ ਅੰਦੋਲਨ ਦੇ ਨੇੜੇ ਨਾ ਆਉਣ ਦੇਣ ਅਤੇ ਬਾਦਲ ਪਰਿਵਾਰ ਜੋ ਹੁਣ ਚੀਚੀ ਉੱਪਰ ਲਹੂ ਲਵਾ ਸ਼ਹੀਦ ਹੋਣ ਤੁਰਿਆ ਹੈ ਅਤੇ ਕਿਸਾਨ ਅੰਦੋਲਨ ਵਿੱਢਣ ਦੇ ਦਾਅਵੇ ਕਰ ਰਿਹਾ ਹੈ ਉਸ ਤੋਂ ਦੂਰੀ ਬਣਾ ਕੇ ਰੱਖੀ ਜਾਵੇ ਕਿਉਂਕਿ ਇਹਨਾਂ ਦਾ ਇਰਾਦਾ ਸੰਘਰਸ਼ ਅੰਦਰ ਵੜ ਕੇ ਇਸ ਨੂੰ ਤਾਰਪੀਡੋ ਕਰਨ ਦਾ ਹੈ। ਸੋ ਅਕਾਲੀ ਦਲ ਬਾਦਲ ਬਾਰੇ ਵਿਰੋਧੀ ਧਿਰਾਂ ਅਤੇ ਕਿਸਾਨ ਜਥੇਬੰਦੀਆਂ ਦੇ ਇਤਰਾਜ਼ ਹਨ ਕਿ ਇੱਕ ਹਫ਼ਤਾ ਪਹਿਲਾਂ ਤੱਕ ਤਾਂ ਇਹ ਇਹਨਾਂ ਆਰਡੀਨੈਂਸ ਦੇ ਸੋਲੇ ਗਾ ਰਹੇ ਸਨ। ਕਦੇ ਸੁਖਬੀਰ ਸਿੰਘ ਬਾਦਲ ਕੇਂਦਰੀ ਖੇਤੀਬਾੜੀ ਮੰਤਰੀ ਦੀ ਚਿੱਠੀ ਵਿਖਾ ਰਿਹਾ ਸੀ। ਕੋਵਿਡ ਮਹਾਮਾਰੀ ਦੌਰਾਨ ਆਰਾਮ ਫਰਮਾ ਰਹੇ ਵੱਡੇ ਬਾਦਲ ਨੂੰ ਵੀ ਸੋਸ਼ਲ ਮੀਡੀਆ ਤੇ ਲਿਆ ਬਿਆਨ ਦਵਾ ਦਿੱਤਾ ਗਿਆ ਕਿ ਆਰਡੀਨੈਂਸ ਕਿਸਾਨਾਂ ਦੇ ਹੱਕ ਵਿੱਚ ਹਨ। ਫਿਰ ਅਚਾਨਕ ਉਹਨਾਂ ਵੱਲੋਂ ਲਏ ਇਸ ਯੂ ਟਰਨ ਨੇ ਸਾਬਤ ਕਰ ਦਿੱਤਾ ਹੈ ਕਿ ਦਾਲ ਵਿੱਚ ਕੁਝ ਕਾਲਾ ਜ਼ਰੂਰ ਹੈ। ਬੇਸ਼ੱਕ ਬਾਦਲ ਦਲੀਏ ਹੁਣ ਇਸ ਨੂੰ ਕੁਰਬਾਨੀ ਐਲਾਨ ਕਿਸਾਨਾਂ ਲਈ ਮੋਰਚੇ ਲਾਉਣ ਦਾ ਐਲਾਨ ਕਰ ਰਹੇ ਹਨ ਪਰ ਜੂਨ ਤੋਂ ਸਤੰਬਰ ਤੱਕ ਜੇ ਉਹਨਾਂ ਨੂੰ ਇਸ ਵਕਫੇ ਦੌਰਾਨ ਇਹ ਪਤਾ ਸੀ ਕਿ ਇਹ ਆਰਡੀਨੈਂਸ ਕਿਸਾਨ ਵਿਰੋਧੀ ਹਨ ਜੋ ਹੁਣ ਉਹ ਬਿਆਨ ਕਰ ਰਹੇ ਹਨ ਤਾਂ ਪਹਿਲਾਂ ਇਹਨਾਂ ਆਰਡੀਨੈਂਸ ਦੇ ਹੱਕ ਵਿੱਚ ਕਿਸ ਹੈਸੀਅਤ ਨਾਲ ਭੁਗਤੇ ਅਤੇ ਹੁਣ ਕਿਸ ਨੀਅਤ ਨਾਲ ਇਸ ਦਾ ਵਿਰੋਧ ਕਰਨ ਉਤਰੇ ਹਨ। ਇਹਨਾਂ ਦੇ ਚਾਲ ਚਲਿੱਤਰ ਤੋਂ ਵਾਕਫ ਸਿਆਸਤਦਾਨ ਹੁਣ ਉਹਨਾਂ ਵੱਲੋਂ ਕਿਸਾਨਾਂ ਦੇ ਹੱਕ ਵਿੱਚ ਕੀਤੇ ਸੰਘਰਸ਼ ਦੀ ਤਿਆਰੀ ਉੱਪਰ ਵੀ ਸ਼ੱਕ ਕਰ ਰਹੇ ਹਨ ਤਾਂ ਉਸ ਦੀ ਕੁਝ ਵਾਜਬ ਵਜ੍ਹਾ ਹੈ। ਜੇਕਰ ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ।